ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਈ ਕਾਨ ਸਿੰਘ ਨਾਭਾ ਦੀ ਇਤਿਹਾਸਿਕ ਨਗਰੀ ਵਿਖੇ ਖੜੇ ਆ, ਜਿੱਥੇ ਕਿ ਬਹੁਤ ਵੱਡਾ ਇਤਿਹਾਸ ਜਿਹੜਾ ਹੈ ਭਾਈ ਕਾਨ ਸਿੰਘ ਨਾਭਾ ਦੇ ਜਗ੍ਹਾ ਤੇ ਸਰਮਾਇਆ ਹੋਇਆ ਹੈ, ਕਿਉਂਕਿ ਇੱਥੇ ਬਹੁਤ ਰਾਜੇ ਹੋਏ ਨੇ। ਜੇਕਰ ਰਾਜੇ ਮਹਾਰਾਜਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਹੁਤ ਸਾਰੇ ਕਿਲੇ ਵੀ ਜਿਹੜੇ ਨੇ ਉਹ ਸੁਸ਼ੋਭਿਤ ਨੇ, ਜਿੱਥੇ ਕਿ ਅਸੀਂ ਅੱਜ ਖਾਸ ਤੌਰ ਤੇ ਤੁਹਾਨੂੰ ਸਟੋਰੀ ਦਿਖਾਵਾਂਗੇ ਹੀਰਾ ਮਹਿਲ, ਜੋ ਕਿ ਇੱਕ ਵਿਲੱਖਣ ਤਰੀਕੇ ਦੇ ਨਾਲ ਤਿਆਰ ਹੋਇਆ ਪਿਆ, ਪਰ ਉਹਦੀ ਇੱਕ ਵਿਲੱਖਣ ਜਿਹੜੀ ਹੈ ਸਟੋਰੀ ਹੈ, ਇੱਕ ਇਤਿਹਾਸ ਹੈ। ਸੋ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਉਸ ਜਗ੍ਹਾ ਦੀਆਂ ਜਿੱਥੇ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹਾਂ, ਕਿ ਸਾਨੂੰ ਲੱਗਿਆ ਕਿ ਜਿਹੜਾ ਸਟੋਰੀ ਹੈ ਉਹ ਦਿਖਾਣੀ ਚਾਹੀਦੀ ਹੈ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ। ਜੇਕਰ ਰਾਜੇ ਮਹਾਰਾਜਿਆਂ ਦੀ ਗੱਲ ਕੀਤੀ ਜਾਵੇ ਤਾਂ ਨਾਭੇ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਇਸ ਹਿਸਟਰੀ ਦੇ ਵਿੱਚ ਦਰਜ ਹੈ। ਜਾਣੀ ਕਿ ਆਪਾਂ ਕਹਿ ਸਕਦੇ ਹਾਂ ਰਾਜੇ ਮਹਾਰਾਜਿਆਂ ਦੀਆਂ ਇੱਕ ਵੱਖਰ ਜਿਹੜੀਆਂ ਕਹਾਣੀਆਂ ਨੇ, ਵੱਖਰੀ ਜਿਹੜੀ ਹਿਸਟਰੀ ਹੈ ਉਹ ਕਿਤਾਬਾਂ ਦੇ ਵਿੱਚ ਦਰਜ ਹੈ। ਇਸ ਦੇ ਨਾਲ ਹੀ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵਿਸ਼ੇਸ਼ ਤੌਰ ਤੇ ਇਸ ਜਗ੍ਹਾ ਦੇ ਉੱਪਰ ਸਮਾਗਮ ਕਰਵਾਇਆ ਗਿਆ, ਤੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਦੇਵ ਮਾਨ ਤੋਂ ਇਲਾਵਾ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ, ਤੇ ਨਾਲ ਹੀ ਹਿਸਟੋਰੀਅਨ ਸਿਮਰ ਸਿੰਘ ਜੋ ਕਿ ਲਗਾਤਾਰ ਇਸ ਸੰਬੰਧੀ ਜਿਹੜਾ ਜਾਣਕਾਰੀ ਦੇ ਰਹੇ ਨੇ ਕਿ ਜੇਕਰ ਵਿਰਾਸਤੀ ਮਹਾਰਾਜਿਆਂ ਦੀ ਗੱਲ ਕੀਤੀ ਜਾਵੇ, ਕਿਲਿਆਂ ਦੀ ਗੱਲ ਕੀਤੀ ਜਾਵੇ, ਉਹ ਜਿਹੜਾ ਲਗਾਤਾਰ ਲੋਕਾਂ ਨੂੰ ਜਿਹੜਾ ਜਾਗਰੂਕ ਕਰ ਰਹੇ ਨੇ। ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਉਸ ਦੇ ਜ਼ਰੀਏ ਵੀ ਜਾਗਰੂਕ ਕਰ ਰਹੇ ਨੇ, ਤੇ ਆਪਣੀਆਂ ਕਿਤਾਬਾਂ ਦੇ ਜ਼ਰੀਏ ਵੀ ਜਿਹੜਾ ਜਾਗਰੂਕ ਕਰ ਰਹੇ ਨੇ। ਉਹਨਾਂ ਵੱਲੋਂ ਜਿਹੜੀ ਇੱਕ ਕਿਤਾਬ ਆ ਉਹ ਅੱਜ ਤਿਆਰ ਕੀਤੀ ਗਈ ਸੀ, ਜੋ ਕਿ ਅੱਜ ਉਹ ਰਿਲੀਜ਼ ਹੋਈ ਹੈ, ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਨੇ ਆਪਣਾ ਨਾਮ ਜਿਹੜਾ ਚਮਕਾਇਆ ਹੈ। ਸੋ ਇਹ ਉਹੀ ਕਿਤਾਬ ਹੈ ਸਿੱਖ ਵੂਮੈਨਸ। ਇਹਨਾਂ ਔਰਤਾਂ ਦਾ ਜਿਹੜਾ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਸੋ ਸਾਡੇ ਵਿੱਚ ਉਹ ਸ਼ਖਸ ਵੀ ਮੌਜੂਦ ਨੇ, ਅਸੀਂ ਗੱਲਬਾਤ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਪਾਂ ਉਸ ਜਗ੍ਹਾ ਦੀ ਗੱਲ ਕੀਤੀ ਜਾਵੇ ਜਿੱਥੇ ਆਪਾਂ ਖੜੇ ਹਾਂ, ਹੀਰਾ ਮਹਿਲ ਦੀ ਗੱਲ ਕੀਤੀ ਜਾਵੇ, ਥੋੜ੍ਹੀ ਉਹਦੀ ਵਿਸਥਾਰ ਤੋਂ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਾਨੂੰ ਜਿਹੜਾ ਪਤਾ ਲੱਗ ਸਕੇ, ਜਿਹੜੇ ਲੋਕ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਜੁੜੇ ਪਏ ਨੇ, ਕਿ ਇਹਦਾ ਇਤਿਹਾਸ ਕੀ ਸੀ ਤੇ ਜਿਹੜਾ ਕਿਉਂ ਇਹ ਜਿਹੜਾ ਇਹਨੂੰ ਨਹੀਂ ਉਸਾਰਿਆ ਜਾ ਰਿਹਾ, ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ। ਦੂਜੀ ਗੱਲ, ਸਭ ਤੋਂ ਪਹਿਲੀ ਗੱਲ ਮੈਂ ਕਰਾਂ ਇਤਿਹਾਸ ਦੀ। ਇਤਿਹਾਸਕਾਰ ਹੋਣ, ਇਤਿਹਾਸ ਦਾ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਅੱਜ ਅਸੀਂ ਨਾਭੇ ਦੀ ਧਰਤੀ 'ਤੇ ਖੜ੍ਹੇ ਹਾਂ। ਜਦੋਂ ਵੀ ਮੈਂ ਇੱਕ ਗੱਲ ਕਹਾਂ, ਇੱਕ ਇਤਿਹਾਸਕਾਰ ਦੀ ਨਾ ਕੁਝ ਵਿਸ਼ੇਸ਼ ਵਿਸ਼ਿਆਂ 'ਤੇ ਰੁਝਾਨ ਹੁੰਦਾ ਹੈ, ਅਤੇ ਮੇਰਾ ਜਿਹੜਾ ਰੁਝਾਨ ਸੀ ਸ਼ੁਰੂਆਤੀ ਤੌਰ ਤੋਂ ਹੀ ਨਾਭੇ ਦੇ ਇਤਿਹਾਸ 'ਤੇ ਇਸ ਕਰਕੇ ਰਿਹਾ ਕਿਉਂਕਿ ਨਾਭਾ ਉਹ ਧਰਤੀ ਹੈ ਜਿਸ ਨੇ ਸਭ ਤੋਂ ਪਹਿਲੀ ਵਾਰ ਆਪਣੇ ਧਰਮ ਦੀ ਆਜ਼ਾਦੀ ਦੇ ਲਈ, ਆਪਣੇ ਧਾਰਮਿਕ ਹੱਕਾਂ ਦੇ ਲਈ, ਜਾਂ ਫਿਰ ਉਹ ਆਨੰਦ ਮੈਰਿਜ ਐਕਟ ਹੋਵੇ, ਜਾਂ ਫਿਰ ਸਾਡੇ ਜਿਵੇਂ ਰੀਤੀ ਰਿਵਾਜ ਸੀ ਕਿ ਜਿਹੜੀ ਦਸਤਾਰਬੰਦੀ ਹੁੰਦੀ ਸੀ ਉਹ ਬਾਗੜੀਆਂ ਰਿਆਸਤ ਦਾ ਭਾਈ ਸਾਹਿਬ ਪਰਿਵਾਰ ਕਰਦਾ ਸੀ। ਜਦੋਂ ਮਹਾਰਾਜਾ ਰਿਪੂ ਦਮਨ ਸਿੰਘ ਜੀ ਜਿਹੜੇ ਨਾਭੇ ਦੇ ਰਾਜੇ ਸਨ ਉਸ ਵੇਲੇ, ਉਹਨਾਂ ਦੀ ਵਾਇਸ ਜਿਹੜੀ ਕੋਰਨੇਸ਼ਨ ਸੀ, ਤਾਜਪੋਸ਼ੀ ਹੋਣੀ ਸੀ, ਅਤੇ ਜਿਹੜਾ ਵਾਇਸ ਰੋਏ ਸੀ ਉਸ ਵੇਲੇ ਦਾ, ਉਹ ਇੱਕ ਰੂਲ ਐਂਡ ਰੈਗੂਲੇਸ਼ਨ, ਇੱਕ ਪ੍ਰੋਟੋਕੋਲ ਸੀ ਕਿ ਉਹ ਵਾਇਸ ਰੋਏ ਹੀ ਕਰੇਗਾ। ਲੇਕਿਨ ਉਹਨਾਂ ਦਾ ਇਹ ਕਹਿਣਾ ਸੀ ਕਿ ਵਾਇਸ ਰੋਏ ਜਿਹੜਾ ਕੱਲ੍ਹ ਦਾ ਉਰੇ ਆਇਆ ਉਸਨੂੰ ਸਾਡੇ ਧਾਰਮਿਕ ਰੀਤੀ ਰਿਵਾਜਾਂ ਦਾ ਕੀ ਪਤਾ, ਅਤੇ ਉਹ ਸਾਡੀ ਕੋਰੋਨੇਸ਼ਨ ਕਰੇਗਾ। ਕਹਿੰਦਾ ਮੈਂ ਇਹੋ ਜਿਹੀ ਕੋਰੋਨੇਸ਼ਨ ਨਹੀਂ ਮਨਜ਼ੂਰ ਨਹੀਂ ਕਰਾਂਗਾ ਕਦੀ। ਅਤੇ ਉਹਨਾਂ ਨੇ ਉਹਨਾਂ ਦੇ ਪ੍ਰੋਟੋਕਾਲ ਦੇ ਅਗੇਂਸਟ ਜਾ ਕੇ ਆਪਣੇ ਧਾਰਮਿਕ ਰਾਖੀ ਦੇ, ਆਪਣੇ ਧਾਰਮਿਕ ਜਿਹੜੇ ਉਹਨਾਂ ਦੇ ਹੱਕ ਸੀ, ਜਿਹੜੀ ਧਾਰਮਿਕ ਰੀਤੀ ਰਿਵਾਜ ਸੀ, ਉਹਨਾਂ ਦੇ ਅਨੁਕੂਲ ਉਹਨਾਂ ਨੇ ਆਪਣੀ ਦਸਤਾਰਬੰਦੀ ਕਰਵਾਈ, ਜਿਸ ਕਾਰਨ ਅੰਗਰੇਜ਼ਾਂ ਦੇ ਵਿੱਚ ਮੈਂ ਕਹਾਂਗਾ ਜੇਕਰ ਪੰਜਾਬੀਅਤ ਦਾ ਸਭ ਤੋਂ ਮੁੱਢਲਾ ਪ੍ਰਮਾਣ ਹੋਣ ਦਾ ਕਿ ਅਸੀਂ ਪੰਜਾਬੀਆਂ ਅਤੇ ਸਾਡੀ ਜਿਹੜੀ ਧਰਮ ਹੈ, ਸਾਡੇ ਜਿਹੜੇ ਰੀਤੀ ਰਿਵਾਜ ਨੇ ਉਹ ਸਾਡੇ ਆਪਣੇ ਨੇ, ਅਸੀਂ ਕਿਸੇ ਵੈਸਟਰਨ ਕਲਚਰ ਦੇ ਅਨੁਕੂਲ ਨਹੀਂ ਜਾ ਸਕਦੇ। ਹਾਂ, ਸਭ ਦਾ ਸਨਮਾਨ ਹੈ, ਸਭ ਦੀ ਰਿਸਪੈਕਟ ਹੈ, ਲੇਕਿਨ ਅਸੀਂ ਆਪਣਾ ਕਲਚਰ ਨਹੀਂ ਛੱਡ ਸਕਦੇ। ਉਹ ਮਹਾਰਾਜਾ ਰਿਪੂ ਦਮਨ ਸਿੰਘ ਜੀ ਨੇ ਦਿੱਤੀ। ਖੈਰ, ਆਪਾਂ ਹੀਰਾ ਮਹਿਲ ਦੀ ਧਰਤੀ 'ਤੇ ਖੜ੍ਹੇ ਹਾਂ, ਹੀਰਾ ਮਹਿਲ ਦੀ ਗੱਲ ਕਰਾਂਗੇ। हिंद में एक ही तीर्थ है यात्रा के लिए जहाँ बाप ने कटाए थे बच्चे खुदा के लिए। गल चमकौर दी गड्डी दी हो रही है कि गुरु गोबिंद सिंह जी ने जेड़े अपने प्यारे लाल बाबा अजीत सिंह जी, बाबा जुझार सिंह जी, 40 ਸਿੰਘਾਂ ने ਜਿਹੜਾ 10 ਲੱਖ ਲਗਭਗ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ। ਬੜੀ ਦੁਨੀਆ ਦੀ ਅਨੋਖੀ ਜੰਗ ਹੈ ਉਹ। ਉਸ ਜੰਗ ਦੇ ਵਿੱਚ ਜਿਹੜਾ ਇੱਕ ਇਤਿਹਾਸ ਹੈ ਉਹ ਅਕਸਰ ਹੀ ਅਣਗੌਲਿਆ ਜਾਂਦਾ। ਮਾਤਾ ਹਰਸ਼ਰਨ ਕੌਰ ਜੀ ਅਤੇ ਭਾਈ ਰਾਮਾ ਜੀ, ਭਾਈ ਤਰਲੋਕਾ ਜੀ ਦਾ ਜੰਗ ਹੋ ਗਈ ਹੈ। ਜੰਗ ਹੋਣ ਤੋਂ ਬਾਅਦ ਜੇਕਰ ਕਿਸੇ ਨੇ ਉਹਨਾਂ ਦਾ ਸੰਸਕਾਰ ਕੀਤਾ, ਵੱਡੇ ਸਾਹਿਬਜ਼ਾਦਿਆਂ ਦਾ ਅਤੇ ਸਿੰਘਾਂ ਦਾ, ਉਹ ਸੀ ਭਾਈ ਰਾਮਾ ਜੀ, ਭਾਈ ਤਰਲੋਕਾ ਜੀ ਅਤੇ ਮਾਤਾ ਹਰਸ਼ਰਨ ਕੌਰ ਜੀ। ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਵੱਡਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾ ਕਿ ਭਾਈ ਰਾਮਾ ਜੀ ਅਤੇ ਭਾਈ ਤਰਲੋਕਾ ਜੀ ਨੇ ਸੰਸਕਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਨੇ ਆਪਣੇ ਕੋਲ ਦਮਦਮਾ ਸਾਹਿਬ ਸੱਦਿਆ ਅਤੇ ਉੱਥੇ ਅੰਮ੍ਰਿਤ ਦੀ ਦਾਤ ਦਿੱਤੀ। ਭਾਈ ਰਾਮਾ ਸਿੰਘ ਅਤੇ ਭਾਈ ਤਰਲੋਕਾ ਸਿੰਘ ਬਣੇ। ਉਹਨਾਂ ਦਾ ਇੱਕ ਨਾਮ ਪਿਆ
ਜਿਹਦੇ ਇੱਕ ਹੁਕਮਨਾਮਾ ਉਹਨਾਂ ਨੂੰ ਬਖਸ਼ਿਸ਼ ਕੀਤਾ, ਉਹ ਬਹੁਤ ਪ੍ਰਸਿੱਧ ਹੋਏ ਜਿਹੜੇ ਦੋਨੋਂ ਸ਼ਖਸੀਅਤਾਂ ਸਾਡੇ ਇਤਿਹਾਸ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ ਜਿਹਦਾ ਗੁਰਵਾਕ ਸੀ, ਤੇਰਾ ਘਰ ਮੇਰਾ ਆਸਰਾ ਹੈ, ਭਾਵ ਕਿ ਮੇਰਾ ਘਰ ਤੁਹਾਡਾ ਹੈ ਤੇ ਤੁਹਾਡਾ ਘਰ ਮੇਰਾ ਆਸਰਾ ਹੈ। ਬਹੁਤ ਵੱਡੀ ਗੱਲ ਹੈ ਗੁਰੂ ਸਾਹਿਬ ਜੀ ਨੇ ਇਹ ਕਹਿਣ ਦੇਣਾ ਕਿ ਵੀ ਤੁਹਾਡੇ ਘਰ 'ਚ ਮੇਰਾ ਆਸਰਾ ਹੈ, ਇੱਕ ਵਿਸ਼ਵਾਸ ਹੋ ਜਾਣਾ। ਕਿਉਂਕਿ ਅਕਸਰ ਹੀ ਇਹ ਜਿਹੜੀ ਗੱਲ ਹੈ ਉਹ ਲੋਕ ਕਹਿੰਦੇ ਨੇ ਜਿਸ ਨੂੰ ਵਿਸ਼ਵਾਸ ਹੋਵੇ ਪੂਰਨ ਤੌਰ 'ਤੇ, ਪਰਖਿਆ ਹੋਏ ਨੇ। ਭਾਈ ਰਾਮਾ ਜੀ, ਭਾਈ ਤਲੋਕਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਖੇ ਹੋਏ ਸਿੰਘ ਸਨ। ਉਹਨਾਂ ਸਿੰਘਾਂ ਨੂੰ, ਉਹ ਪਿਆਰੇ ਸਿੰਘਾਂ ਨੂੰ ਜਿਹੜਾ ਗੁਰਵਾਕ ਦਿੱਤਾ, ਉਸੇ ਗੁਰਵਾਕ ਅਨੁਸਾਰ ਜਿਹੜੀ ਦੋ ਪ੍ਰਮੁੱਖ ਜਿਹੜੀਆਂ ਰਿਆਸਤਾਂ ਸੀ, ਵੈਸੇ 3 ਰਿਆਸਤਾਂ ਗਿਣੀਆਂ ਜਾਂਦੀਆਂ ਨੇ, ਜਿਹੜੀ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਦੇ ਵੰਸ਼ਜਾਂ ਨੇ ਕਾਇਮ ਕੀਤੀਆਂ, ਨਾਭਾ, ਪਟਿਆਲਾ ਅਤੇ ਜੀਂਦ। ਪਟਿਆਲਾ ਰਿਆਸਤ ਦੇ ਵੱਡੇ ਹੋਏ ਜਿਹੜੇ ਭਾਈ ਰਾਮਾ ਜੀ ਤੇ ਇਹਨਾਂ ਦੇ ਭਾਈ ਤਲੋਕਾ ਜੀ। ਭਾਈ ਰਾਮਾ ਜੀ ਦੇ ਜਿਹੜੇ ਅੱਗੇ ਵੰਸ਼ਜ ਉਹਨਾਂ ਦੇ ਬਾਬਾ ਆਲਾ ਸਿੰਘ ਜੀ, ਜਿਨ੍ਹਾਂ ਨੇ ਪਟਿਆਲਾ ਰਿਆਸਤ ਬਾਬੇ ਆਲੇ ਦੀ ਪੱਤੀ ਤੋਂ ਵਿਕਸਿਤ ਹੋਇਆ ਪਟਿਆਲਾ, ਉਸ ਉੱਪਰ ਵੀ ਇੱਕ ਵੱਖਰੀ ਡਾਕੂਮੈਂਟਰੀ ਹਾਲ ਫਿਲਹਾਲ 'ਚ ਰਿਲੀਜ਼ ਹੋਈ ਹੈ। ਲੇਕਿਨ ਗੱਲ ਭਾਈ ਤਲੋਕਾ ਜੀ ਦੀ ਕਰੀਏ, ਉਹ ਭਾਈ ਤਲੋਕਾ ਜੀ ਦਾ ਇਤਿਹਾਸ ਸੀ ਜਿਹੜਾ ਉਸ ਤੋਂ ਬਾਅਦ ਨਾਭਾ ਰਿਆਸਤ ਬਣੀ। ਮਹਾਰਾਜਾ ਹੀਰਾ ਸਿੰਘ ਜੀ ਜਿਹੜੇ ਬਡਰੁੱਖਾਂ ਦੇ ਵਿੱਚ ਪੈਦਾ ਹੋਏ। ਮਹਾਰਾਜਾ ਹੀਰਾ ਸਿੰਘ ਜੀ ਦੇ ਇਤਿਹਾਸ ਤੋਂ ਗੱਲ ਕਰੀਏ, ਹੀਰਾ ਮਹਿਲ ਉਹਨਾਂ ਦੇ ਨਾਂ 'ਤੇ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੜੇ ਪਿਆਰੇ ਜਿਹੜੇ ਇੱਕ ਨਿਸ਼ਾਨੀਆਂ ਸਨ, ਹੁਕਮਨਾਮਾ ਸੀ, ਉਹ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਨੂੰ ਦਿੱਤਾ। ਉਸ ਤੋਂ ਇਲਾਵਾ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਨੂੰ ਇੰਨਾ ਪ੍ਰੇਮ ਸੀ ਕਿ ਉਹਨਾਂ ਨੇ ਪੂਰੇ ਦੁਨੀਆ ਭਰ ਤੋਂ ਗੁਰੂ ਸਾਹਿਬਾਨਾਂ ਦੀ ਨਿਸ਼ਾਨੀ ਨੂੰ ਸਤਿਕਾਰਤ ਰੂਪ ਦੇ ਵਿੱਚ ਉਹਨਾਂ ਨੂੰ ਸੰਭਾਲਣ ਦੇ ਲਈ ਇਹ ਪੂਰਾ ਇੱਕ ਮਹਿਲ ਤਿਆਰ ਕਰਕੇ ਇਸ ਦੀ ਜਿਹੜੀ ਉੱਪਰਲੀ ਬਿਲਡਿੰਗ ਹੈ, ਜਿਹੜਾ ਤਾਜ ਅਸੀਂ ਗਿਣਦੇ ਹਾਂ ਸਿਰ ਦਾ, ਗੁਰੂ ਸਾਹਿਬਾਨਾਂ ਦੀ ਨਿਸ਼ਾਨੀ ਜਿਹਦੇ ਵਿੱਚ ਇੱਕ ਮੁੱਖ ਰੂਪ ਤੇ ਪੀਰ ਬੁੱਧੂ ਸ਼ਾਹ ਜੀ ਨੂੰ ਦਿੱਤਾ ਗਿਆ ਕੰਗਾ, ਉਹ ਅਤੇ ਹੋਰ ਵੀ ਕਈ ਸਾਰੀ ਗੁਰੂ ਸਾਹਿਬ ਜੀ ਦੀ ਦਸਤਾਰ ਹੋ ਗਈ, ਗੁਰੂ ਸਾਹਿਬ ਜੀ ਦੀ ਕਿਰਪਾਨਾਂ, ਉਹਨਾਂ ਦੇ ਵਸਤਰ ਜਿਹੜੇ, ਉਹ ਇਸ ਹੀਰਾ ਮਹਿਲ ਦੇ ਸਿਰ ਦੇ ਉੱਪਰ ਭਾਵ ਤਾਜ ਬਣਾ ਕੇ ਉਹਨਾਂ ਨੂੰ ਰੱਖਿਆ ਗਿਆ। ਮਤਲਬ ਇੰਨੇ ਜ਼ਿਆਦਾ ਉਹ ਆਪਣੇ ਗੁਰੂ ਸਾਹਿਬ ਪ੍ਰਤੀ ਪ੍ਰੇਮ ਭਾਵਨਾ ਵਾਲੇ ਰਾਜਾ ਸਨ। ਮਹਾਰਾਜਾ ਰੀਪੂ ਦਮਨ ਸਿੰਘ ਜੀ ਉਹਨਾਂ ਦੇ ਪੁੱਤਰ ਹੋਏ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਤਾਜਪੋਸ਼ੀ ਦਾ ਬਹੁਤ ਵੱਡਾ ਇਤਿਹਾਸ ਹੈ। ਅਤੇ ਅੱਗੇ ਚੱਲ ਕੇ ਜੇਕਰ ਅਸੀਂ ਗੱਲ ਕਰੀਏ, ਇਹਨਾਂ ਨੇ ਜਿਹੜਾ ਆਨੰਦ ਮੈਰਿਜ ਐਕਟ ਹੋਵੇ ਜਾਂ ਫਿਰ ਹੋਰ ਵੀ ਜਿਵੇਂ ਹੁਣ ਉਹਦੇ ਨਿਸ਼ਾਨੀਆਂ ਸੀ, ਤੁਸੀਂ ਇੱਕ ਮੈਨੂੰ ਗੱਲ ਸ਼ੁਰੂਆਤੀ ਤੌਰ 'ਤੇ ਕਹੀ, ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ। ਜਿਹੜੀਆਂ ਨਿਸ਼ਾਨੀਆਂ ਸਨ ਇਸ ਪਰਿਵਾਰ ਨੇ ਸਰਕਾਰ ਨੂੰ ਦਿੱਤੀਆਂ ਸੀ ਕਿ ਸਾਡੇ ਤੋਂ ਰਖਵਾਲੀ ਨਹੀਂ ਹੋ ਰਹੀ। ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਨਿਸ਼ਾਨੀਆਂ ਸੇਵਾ ਦੇ ਲਈ ਦਿੱਤੀਆਂ, ਜਿਨ੍ਹਾਂ 'ਚੋਂ ਕੁਝ ਨਿਸ਼ਾਨੀਆਂ ਅੱਜ ਅਨੰਦਪੁਰ ਸਾਹਿਬ ਨੇ। ਟੋਟਲ ਜਿੰਨੀਆਂ ਨਿਸ਼ਾਨੀਆਂ ਸੀ ਅਤੇ ਹੁਣ ਜਿੰਨੀਆਂ ਪਈਆਂ, ਉਹਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਉਹ ਮਿਸ ਹੈਪਨਿੰਗਸ ਨੇ। ਉਹਨਾਂ ਦੇ ਉੱਪਰ ਕਦੀ ਫਿਰ ਮੈਨੂੰ ਲੱਗਦਾ ਇੱਕ ਕਾਨੂੰਨੀ ਤੌਰ 'ਤੇ ਪ੍ਰਕਿਰਿਆ ਚੱਲ ਰਹੀ ਹੈ, ਉਸ ਉੱਪਰ ਮੈਂ ਬਿਆਨ ਨਹੀਂ ਦੇਣਾ ਚਾਹਾਂਗਾ। ਲੇਕਿਨ ਇੱਕ ਇਤਿਹਾਸਕਾਰ ਹੋਣ ਦੇ ਨਾਤੇ ਮੈਂ ਇਹ ਜ਼ਰੂਰ ਬਿਆਨ ਦੇ ਸਕਦਾ ਕਿ ਜੇਕਰ ਕਿਸੇ ਨੇ ਪੰਜਾਬੀਅਤ ਦਾ ਪ੍ਰਮਾਣ ਸਭ ਤੋਂ ਪਹਿਲਾਂ ਦਿੱਤਾ ਅੰਗਰੇਜ਼ਾਂ ਸਾਹਮਣੇ, ਉਹ ਸੀ ਮਹਾਰਾਜਾ ਰੀਪੂ ਦਮਨ ਸਿੰਘ ਜੀ। ਮਹਾਰਾਜਾ ਰੀਪੂ ਦਮਨ ਸਿੰਘ ਜੀ ਦੀ ਕੋਰਨੇਸ਼ਨ ਭਾਈ ਅਰਜਨ ਸਿੰਘ ਬਾਗੜੀਆਂ, ਸੰਤ ਮਸਤੂਆਣੇ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਨੇ ਕੀਤੀ। ਮਤਲਬ ਉਹ ਜਿਹੜਾ ਇੱਕ ਇਤਿਹਾਸ ਸੀ, ਉਸ ਤੋਂ ਅੱਗੇ ਜਿਹੜੀ ਇੱਕ ਰਿਆਸਤ ਵਧੀ, ਨਾਭਾ ਰਿਆਸਤ, ਪੂਰੇ ਵਿਸ਼ਵ ਦੀ ਪ੍ਰਸਿੱਧ ਰਿਆਸਤਾਂ 'ਚੋਂ ਇੱਕ ਹੈ ਨਾਭਾ ਰਿਆਸਤ। ਨਾਭਾ ਰਿਆਸਤ ਦੀ ਜਿਹੜੀ ਹੱਦਾਂ ਸਨ ਉਹ ਬਹੁਤ ਦੂਰ ਦੂਰ ਤੱਕ ਸਨ। ਤੁਸੀਂ ਇਹ ਗੱਲ ਕਹੀ ਕਿ ਵੀ ਸਰਕਾਰਾਂ ਕਿਉਂ ਨਹੀਂ ਧਿਆਨ ਦਿੰਦੀਆਂ, ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਪਰਿਵਾਰ ਹੈ ਨਾ ਜਿਹੜਾ ਹੌਲੀ ਹੌਲੀ ਕਰਕੇ ਆਪਣੀ ਜੜ੍ਹਾਂ ਤੋਂ ਟੁੱਟ ਗਿਆ ਸੀ। ਪਰਿਵਾਰ ਉਰੋਂ ਚਲਾ ਗਿਆ, ਹੀਰਾ ਮਹਿਲ ਦੇ ਉੱਪਰ ਕਬਜ਼ਾ ਹੋ ਗਿਆ। ਹੀਰਾ ਮਹਿਲ ਤੁਸੀਂ ਅੱਜ ਵੀ ਦੇਖੋ ਕੀ ਹਾਲਤ ਹੈ ਹੀਰਾ ਮਹਿਲ ਦੀ, ਤਾਂ ਹਾਲਤ ਹੁੰਦੀ ਜਾ ਰਹੀ ਹੈ। ਸਰਕਾਰਾਂ, ਜਿੱਦਾਂ ਮੇਰਾ ਵੀ ਸਵਾਲ ਦੁਆਰਾ ਵੀ ਨਹੀਂ ਹਾਲਾਤ ਜਿਹੜਾ ਸੁਧਰ ਰਹੇ, ਕਿਉਂਕਿ ਦਾਅਵੇ ਬੜੇ ਕੀਤੇ ਜਾ ਰਹੇ ਨੇ। ਅੱਜ ਵੀ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਪਰ ਸਮਾਗਮ ਜਿਹੜੀ ਰੂਪ ਰੇਖਾ ਉਹ ਕੁਝ ਹੋ ਰਹੀ ਹੈ। ਜੀ ਵੂਮਨ ਇੰਪਾਵਰਮੈਂਟ 'ਤੇ ਸਮਾਗਮ ਰੱਖਿਆ ਗਿਆ, ਲੇਕਿਨ ਠੀਕ ਹੈ, ਨਾਭਾ ਰਿਆਸਤ ਔਰਤਾਂ ਦੀ ਇੱਜ਼ਤ ਕਰਦੀ ਸੀ, ਔਰਤਾਂ ਨੂੰ ਆਪਣੇ ਸਿਰ ਦਾ ਤਾਜ ਮੰਨਦੀ ਸੀ, ਕਿਉਂਕਿ ਉਹਨਾਂ ਦੇ ਗੁਰੂ, ਸਾਡੇ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਰਾਖੀ ਦੇ ਲਈ ਇੱਕ ਸਭ ਤੋਂ ਪਹਿਲਾਂ ਜਿਹੜਾ ਵਚਨ ਹੀ ਕਹਿ ਦਿੱਤਾ, ਸੋ ਕਿ ਉਹ ਮੰਦਾ ਆਖੀਏ ਜਿਤ ਜੰਮੈ ਰਾਜਾਨ। ਅਤੇ ਉਹ ਜਿਹੜੀ ਗੱਲ ਹੈ ਠੀਕ ਹੈ, ਮੁਬਾਰਕ ਹੈ, ਇਹ ਕਰਨਾ ਚਾਹੀਦਾ ਹੈ। ਇਸੇ 'ਤੇ ਮੈਂ ਆਪਣੀ ਕਿਤਾਬ ਵੀ ਅੱਜ ਰਿਲੀਜ਼ ਕੀਤੀ ਹੈ। ਤੁਸੀਂ ਜਿਹੜੀ ਕਿਤਾਬ ਲਿਖੀ ਹੈ ਸਿੱਖ ਵੂਮੈਨਸ, ਬੜਾ ਇਤਿਹਾਸ ਤੁਹਾਨੂੰ ਜਿਹੜਾ ਜਾਣਕਾਰੀ ਹਾਸਲ ਹੈ, ਇਹਦੇ ਵਿੱਚ ਉਹ ਕਿਹੜੀਆਂ ਔਰਤਾਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਤੇ ਇਹ ਔਰਤਾਂ ਨੇ ਕੀ ਕੁਝ ਕੀਤਾ, ਉਹਦੀ ਥੋੜੀ ਜਾਣਕਾਰੀ ਦਿੱਤੀ ਜਾਵੇ। ਇੰਸਪੀਰੇਸ਼ਨਲ ਲਾਈਫ ਆਫ ਗ੍ਰੇਟ ਸਿੱਖ ਵੂਮਨਸ ਹੈ ਕਿਤਾਬ ਦਾ ਟਾਈਟਲ ਹੈ। ਇਸ ਕਿਤਾਬ ਦੇ ਵਿੱਚ ਮੈਂ ਜ਼ਰੂਰ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਔਰਤਾਂ ਹੋਈਆਂ, ਜਿਨ੍ਹਾਂ ਨੇ ਔਰਤਾਂ, ਕਿਉਂਕਿ ਜਿਹੜੀ ਔਰਤਾਂ ਦੀ ਗੱਲ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਸਿੱਖ ਇਤਿਹਾਸ ਦੇ ਵਿੱਚ ਮਾਤਾ ਤ੍ਰਿਪਤਾ ਜੀ, ਗੁਰੂ ਨਾਨਕ ਦੇਵ ਜੀ ਦੇ ਜਿਹੜੇ ਮਾਤਾ ਜੀ ਨਾਲ ਬਹੁਤ ਸਤਿਕਾਰਤ ਮਾਤਾ ਤ੍ਰਿਪਤਾ ਜੀ, ਉੱਥੋਂ ਔਰਤਾਂ ਦੀ ਗੱਲ ਸ਼ੁਰੂ ਹੁੰਦੀ ਹੈ। ਮੈਂ ਆਪਣੀ ਕਿਤਾਬ ਦੇ ਵਿੱਚ ਮਾਤਾ ਤ੍ਰਿਪਤਾ ਜੀ ਤੋਂ ਲੈ ਕੇ, ਕਿਉਂਕਿ ਇੱਕ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਇੱਕ ਔਰਤ ਦਾ, ਜਦੋਂ ਉਹਦਾ ਪੁੱਤਰ, ਉਹਦਾ ਘਰ ਵਾਲਾ ਆਪਣੇ ਘਰ-ਬਾਰ ਨੂੰ ਛੱਡ ਕੇ ਦੁਨੀਆ ਨੂੰ ਤਾਰਨ ਦੇ ਲਈ, ਠੀਕ ਹੈ ਦੁਨੀਆ ਨੂੰ ਤਾਰਿਆ ਬਹੁਤ ਵੱਡੀ ਗੱਲ ਹੁੰਦੀ ਹੈ, ਲੇਕਿਨ ਇੱਕ ਪਰਿਵਾਰਕ ਤੌਰ ਦੇ ਉੱਪਰ ਵੇਖੀਏ ਤਾਂ ਉਹ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਹੈ, ਇੱਕ ਬਹੁਤ ਵੱਡੀ ਕੁਰਬਾਨੀ ਦੇਣੀ ਪੈਂਦੀ ਹੈ। ਸਭ ਤੋਂ ਪਹਿਲੀ ਵਾਰ ਜਿਹੜੀ ਕੁਰਬਾਨੀ ਦਿੱਤੀ ਉਹ ਸੀ ਮਾਤਾ ਤ੍ਰਿਪਤਾ ਜੀ ਨੇ, ਬੇਬੇ ਨਾਨਕੀ ਜੀ ਨੇ।
ਮਾਤਾ ਸੁਲੱਖਣੀ ਜੀ ਨੇ, ਬੀਬੀ ਅਮਰੋ ਜੀ ਨੇ, ਉਹ ਸਾਰੀਆਂ ਔਰਤਾਂ ਦਾ ਜਿਹੜਾ ਜ਼ਿਕਰ ਸਾਡੇ ਸਿੱਖ ਪੰਥ ਦੀ ਮਹਾਨ ਬੀਬੀਆਂ, ਉਹਨਾਂ ਸਾਰਿਆਂ ਦਾ ਮੈਂ ਕੋਸ਼ਿਸ਼ ਕੀਤੀ ਹੈ ਇਹਦੇ ਵੀ ਜ਼ਿਕਰ ਕਰੀਏ। ਜਿਵੇਂ ਕਿ ਇੱਕ ਬਹੁਤ ਵੱਡੀ ਸਾਡੀ ਮਾਣਯੋਗ ਸ਼ਖਸੀਅਤ ਹੋਏ ਨੇ ਪ੍ਰਿੰਸੈਸ ਸੋਫੀਆ ਦਲੀਪ ਸਿੰਘ, ਜਿਨ੍ਹਾਂ ਨੇ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਮਤਲਬ ਇਹ ਸਾਰੀਆਂ ਗੱਲਾਂ ਕਿ ਜੇਕਰ ਅਸੀਂ ਅੱਜ ਵੂਮਨ ਇੰਪਾਵਰਮੈਂਟ ਦੀ ਗੱਲ ਪੂਰੇ ਵਿਸ਼ਵ ਵਿੱਚ ਚੱਲਦੀ ਹੈ ਤੇ ਅੱਜ ਸਿੰਘਾਂ ਦਾ ਮਜ਼ਾਕ ਉਡਾਇਆ ਜਾਂਦਾ ਵੀ ਸਿੰਘਾਂ ਦੇ 12 ਵੱਜ ਗਏ। ਕਿਸੇ ਨੂੰ ਪਤਾ ਸਿੰਘਾਂ ਦੇ 12 ਕਿਉਂ ਵੱਜਦੇ ਸੀ? ਕਿਉਂਕਿ ਔਰਤਾਂ ਦੀ ਜਿਸ ਵੇਲੇ ਭਾਰਤ ਵਰਸ਼ ਦੇ ਵਿੱਚ ਔਰਤਾਂ ਨੂੰ ਜੁੱਤੀ ਮੰਨਿਆ ਜਾਂਦਾ ਸੀ, ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਹੋਰ ਮੁਗਲ ਫੌਜਾਂ ਜਿਹੜੀ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟਦੀਆਂ ਸਨ, ਤੇ ਸਿੰਘਾਂ ਨੇ ਆਪਣੀ ਜਾਨਾਂ ਦੇ ਕੇ ਉਹਨਾਂ ਔਰਤਾਂ ਦੀ ਰਾਖੀ ਕੀਤੀ। ਸਿੰਘਾਂ ਦੇ 12 ਵਜਣੇ ਕੋਈ ਮਾੜੀ ਗੱਲ ਨਹੀਂ ਹੈ। ਜੇਕਰ ਅੱਜ ਵੀ ਸਾਨੂੰ ਔਰਤਾਂ ਦੀ ਰਾਖੀ ਦੇ ਲਈ ਆਪਣੀ ਜਾਨਾਂ ਦੇਣੀਆਂ ਪੈ ਜਾਣ, 12 ਵਜੇ ਵਾਲੇ ਸ਼ਬਦ ਸੁਣਨੇ ਪੈ ਜਾਣ, ਸਾਨੂੰ ਮਨਜ਼ੂਰ ਹੈ, ਲੇਕਿਨ ਅਸੀਂ ਔਰਤਾਂ ਦੀ ਜਿਹੜੀ ਇੱਜ਼ਤ ਨਹੀਂ ਲੁੱਟਣ ਦਾਂਗੇ। ਬਹੁਤ ਵੱਡੀ ਗੱਲ ਸੀ। ਮੇਰਾ ਸਵਾਲ ਹੈ, ਤੁਸੀਂ ਵੀ ਜਿਹੜਾ ਪਟਿਆਲੇ ਦੀ ਗੱਲ ਕੀਤੀ ਹੋਵੇ, ਪਟਿਆਲੇ ਜਦੋਂ ਵਿਰਾਸਤੀ ਜਿਹੜਾ ਮੇਲਾ ਲੱਗਿਆ ਸੀ ਉਹਦੇ ਵਿੱਚ ਤੁਸੀਂ ਜ਼ਿਕਰ ਵਿਸ਼ੇਸ਼ ਤੌਰ 'ਤੇ ਜਿਹੜਾ ਪਹੁੰਚੇ ਸੀ ਤੇ ਆਪਣਾ ਜਿਹੜਾ ਵਿਚਾਰ ਵੀ ਸਾਂਝੇ ਕੀਤੇ ਕਿ ਸਰਕਾਰਾਂ ਵੱਲੋਂ ਕੋਈ ਹੈਲਪ ਕੀਤੀ ਜਾ ਰਹੀ ਹੈ ਜਾਂ ਮਹਾਰਾਜਾ ਪਰਿਵਾਰ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਕੋਈ ਹੈਲਪ ਕੀਤੀ ਜਾ ਰਹੀ ਹੈ? ਕਿਉਂਕਿ ਮੈਨੂੰ ਲੱਗਦਾ ਤੁਹਾਡੀ ਉਮਰ ਵੀ ਬਹੁਤ ਛੋਟੀ ਹੈ, ਵੀ ਇਹਨਾਂ ਇਤਿਹਾਸ ਜਿਹੜਾ ਸਰਮਾਉਣਾ, ਇਕੱਠਾ ਕਰਨਾ, ਜਿਹੜੀ ਜਾਣਕਾਰੀ ਉਸ ਤੋਂ ਬਾਅਦ ਕਿਤਾਬਾਂ ਛਾਪਣੀਆਂ, ਤਾਂ ਕਿਤੇ ਨਾ ਕਿਤੇ ਜਿਹੜਾ ਹੈਲਪ ਕੀਤੀ ਜਾਂਦੀ ਹੈ ਜਾਂ ਫਿਰ ਇੱਕ ਸਨਮਾਨ ਹੀ ਕੀਤਾ ਜਾਂਦਾ ਹੈ? ਮੈਨੂੰ ਤੇ ਅੱਜ ਤੱਕ ਮੈਨੂੰ ਇਹ ਲੱਗਿਆ ਕਿ ਵੀ ਅਜੇ ਤੱਕ ਹੈਲਪ ਤੇ ਕੀ ਹੱਦ ਤੱਕ ਸਨਮਾਨ ਵੀ ਕਰਨ ਦੀ ਜਿਹੜੀ ਆ ਉਹ ਇੱਕ ਮੈਨੂੰ ਵਿਦੇਸ਼ਾਂ ਤੋਂ ਬੜੀਆਂ ਸਾਰੀਆਂ ਵਿਦੇਸ਼ੀ ਗਵਰਨਮੈਂਟਸ ਵੱਲੋਂ ਬਹੁਤ ਸਾਰੇ ਸਨਮਾਨ ਮਿਲੇ, 11 ਵਿਸ਼ਵ ਰਿਕਾਰਡ ਮਿਲੇ, ਬਹੁਤ ਕੁਝ ਹੋਇਆ। ਵਿਦੇਸ਼ੀ ਧਰਤੀਆਂ ਤੋਂ ਬਹੁਤ ਜ਼ਿਆਦਾ 100 ਸਿੱਖਾਂ ਦੀ ਸੂਚੀ ਜਾਰੀ ਕੀਤੀ ਜਾਂਦੀ, ਉਸ 'ਚ ਵੀ ਨਾਮ ਹਾਸਿਲ ਹੋਇਆ। ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲੇ, ਲਾਈਫ ਅਜੇ ਹੋਈ ਨਹੀਂ ਪਰ ਅਚੀਵਮੈਂਟ ਅਵਾਰਡ ਮਿਲੇ। ਲੇਕਿਨ ਪੰਜਾਬ ਸਰਕਾਰ, ਭਾਰਤ ਸਰਕਾਰ ਵੱਲੋਂ ਉਸ ਤਰੀਕੇ ਦਾ ਜੋ ਮਾਣ ਸਨਮਾਨ ਸੀ ਉਹ ਨਹੀਂ ਮਿਲਿਆ। ਮੈਂ ਭਾਲਦਾ ਵੀ ਨਹੀਂ, ਕਿਉਂਕਿ ਮੈਨੂੰ ਇਹ ਕਿ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਤੋਂ ਦਸਤਾਰਬੰਦੀ ਹਾਸਲ ਹੋਈ ਤੇ ਜਥੇਦਾਰ ਸਾਹਿਬ ਜਦੋਂ ਵੀ ਮਿਲਦੇ ਨੇ ਉਹ ਇੱਕ ਪ੍ਰੇਰਣਾ ਦਿੰਦੇ ਨੇ। ਸਾਡੇ ਲਈ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਮੈਨੂੰ ਤੇ ਅਕਾਲ ਤਖਤ ਵੱਲੋਂ ਸਨਮਾਨ ਮਿਲ ਗਿਆ, ਸਰਕਾਰਾਂ ਦਾ ਸਨਮਾਨ ਮੇਰੇ ਸਾਹਮਣੇ ਕੋਈ ਮਾਇਨੇ ਨਹੀਂ ਰੱਖਦਾ। ਠੀਕ ਹੈ, ਜਿਹੜੀਆਂ ਇਤਿਹਾਸ ਹੈ ਲਿਖਦੇ ਹਾਂ ਉਸ ਨੂੰ ਸਰਕਾਰਾਂ ਨੂੰ ਆਮ ਲੋਕਾਂ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ ਤੇ ਮੈਂ ਸਰਕਾਰ ਨੂੰ ਬੇਨਤੀ ਵੀ ਕਰਾਂਗਾ। ਉਸ ਤੋਂ ਇਲਾਵਾ ਹੀਰਾ ਮਹਿਲ ਹੋ ਗਿਆ, ਸਾਡੇ ਪਟਿਆਲੇ ਦੀ ਧਰਤੀ ਦੇ ਉੱਪਰ ਬੜੇ ਸਾਰੇ ਇਹੋ ਜਿਹੇ ਅਨੋਖੇ ਵਿਰਾਸਤੀ ਚੀਜ਼ਾਂ ਨੇ। ਨਾਭੇ 'ਚ ਹੀ ਦੇਖ ਲਓ, ਕਿਲ੍ਹਾ ਮੁਬਾਰਕ ਹੈ। ਕਿਲ੍ਹਾ ਮੁਬਾਰਕ ਬੜੇ ਖਸਤਾ ਹਾਲਤ 'ਚ ਗੁਰਦੁਆਰਾ ਸਰੋਪਾ ਉਹ ਸਾਹਿਬ ਹੁੰਦਾ ਸੀ, ਜਾਂ ਫਿਰ ਹੋਰ ਵੀ ਇੰਨੀਆਂ ਸਾਰੀਆਂ ਇਤਿਹਾਸਕ ਨਿਸ਼ਾਨੀਆਂ। ਮੈਂ ਤੇ ਰਾਣੀ ਸਾਹਿਬਾਂ ਨੂੰ ਵੀ ਕਿਹਾ ਸੀ, ਪ੍ਰੀਤੀ ਸਿੰਘ ਜੀ ਨੂੰ, ਕਿ ਤੁਸੀਂ ਹੀਰਾ ਮਹਿਲ ਦੀ ਰੈਨੋਵੇਸ਼ਨ ਕਰਾਓ, ਅਸੀਂ ਜੋ ਸਾਥ ਦੇ ਸਕਦੇ ਹਾਂ ਦੇਵਾਂਗੇ। ਆਪਣੇ ਕੋਲ ਜਿੰਨੀ ਕਲੈਕਸ਼ਨ ਦੇ ਵਿੱਚ ਨਿਸ਼ਾਨੀਆਂ ਨੇ ਅਸੀਂ ਉਹ ਵੀ ਰੱਖਾਂਗੇ, ਕਿਉਂਕਿ ਅਸੀਂ ਹੁਣ ਹਾਲ ਫਿਲਹਾਲ ਦੇ ਵਿੱਚ ਵੇਖੀਏ ਤੇ ਇਤਿਹਾਸ ਬਹੁਤ ਵੱਡਾ ਹੈ। ਹੁਣ ਮੈਂ ਇੱਕ ਗੱਲ ਕਹਾਂ ਤੁਹਾਨੂੰ, ਇੰਗਲੈਂਡ ਜਾਂਦੇ ਹਾਂ, ਇੰਗਲੈਂਡ ਕੀ ਹੈ? ਇੱਕ ਛੋਟਾ ਜਿਹਾ ਟਾਪੂ ਹੈ, ਇੱਕ ਆਈਲੈਂਡ ਹੈ, ਲੇਕਿਨ ਉਹਨਾਂ ਨੇ ਆਪਣੇ ਇਤਿਹਾਸ ਦੇ ਸਿਰ ਦੇ ਉੱਪਰ ਆਪਣੀ ਮੈਜੈਸਟੀ ਕਾਇਮ ਜਿਹੜੀ ਕੀਤੀ। ਕਿੰਗ ਜਾਰਜ, ਕੁਈਨ ਐਲਿਜ਼ਾਬੈਥ, ਉਹ ਜੇ ਅੱਜ ਤੱਕ ਚੱਲ ਰਹੀਆਂ ਨੇ, ਉਹਨਾਂ ਦਾ ਮੁੱਖ ਮਕਸਦ ਕੀ ਹੈ? ਜਿਹੜਾ ਇਤਿਹਾਸ ਹੀ ਹੈ ਨਾ, ਇਤਿਹਾਸ ਕਰਕੇ ਹੀ ਉਹ ਅੱਜ ਜੀ ਰਹੇ ਨੇ ਨਾ ਦੇਸ਼। ਅੱਜ ਉਹਨਾਂ ਦਾ ਟੂਰਿਜ਼ਮ ਸਾਡੇ ਤੋਂ ਮੈਂ ਕਹਾਂਗਾ ਲੱਖਾਂ ਹਜ਼ਾਰਾਂ ਕਰੋੜ ਰੁਪਏ ਅੱਗੇ ਹੈ। ਉਹਨਾਂ ਦੇ ਜਿਹੜੇ ਪਾਊਂਡਸ ਨੇ ਉਹਦੀ ਵੈਲਿਊ ਦੇਖ ਲਈਏ, ਉਹ ਸਾਰਾ ਕੁਝ ਕਿਸ 'ਤੇ ਬੇਸ ਹੈ? ਡਿਵੈਲਪਮੈਂਟ 'ਤੇ ਜ਼ਰੂਰ ਬੇਸ ਹੈ, ਲੇਕਿਨ ਡਿਵੈਲਪਮੈਂਟ ਕਰਦੇ ਹੋਏ ਉਹਨਾਂ ਨੇ ਆਪਣੇ ਟੂਰਿਜ਼ਮ ਨੂੰ ਧਿਆਨ ਦੇ ਵਿੱਚ ਰੱਖਿਆ। ਜੇਕਰ ਅੱਜ ਅਸੀਂ ਉਹਨਾਂ ਦੇ ਮਹਿਲਾਂ ਦੇ ਵਿੱਚ ਚਲੇ ਜਾਈਏ, ਬਾਜ਼ਾਰਾਂ ਦੇ ਵਿੱਚ ਚਲੇ ਜਾਈਏ, ਅੱਜ ਵੀ ਉਸੇ ਤਰੀਕੇ ਦੇ ਨਾਲ ਕਾਇਮ ਨੇ ਜਿਸ ਤਰੀਕੇ ਦੇ ਨਾਲ ਬਣੇ ਸਨ। ਲੇਕਿਨ ਮੈਂ ਕਹਾਂਗਾ ਜੇਕਰ ਸਾਡੀਆਂ ਉਹ ਇੱਕ ਰਿਆਸਤ ਸੀ, ਇੰਗਲੈਂਡ ਜਿਹੜੀ ਗੱਲ ਕਰ ਰਹੇ ਹਾਂ, ਤਾਂ ਬਹੁਤ ਰਿਆਸਤਾਂ ਪਈਆਂ ਨੇ ਪੰਜਾਬ ਦੇ ਵਿੱਚ ਤੇ ਮੁੱਖ ਜਿਹੜੀਆਂ 8 ਰਿਆਸਤਾਂ ਸੀ, ਉਸ ਤੋਂ ਇਲਾਵਾ ਛੋਟੀਆਂ-ਛੋਟੀਆਂ ਹੋਰ ਰਿਆਸਤਾਂ ਬਣੀਆਂ। ਤੇ ਤੁਸੀਂ ਦੱਸੋ ਕਿ ਜੇਕਰ ਪੈਪਸੂ ਗਠਿਤ ਹੋ ਕੇ ਐਡਾ ਵੱਡਾ ਪੰਜਾਬ ਦਾ ਹਿੱਸਾ ਭਾਰਤ 'ਚ ਸ਼ਾਮਿਲ ਹੋ ਸਕਦਾ ਹੈ, ਅਤੇ ਅੱਜ ਸਾਡਾ ਇੰਨਾ ਵੱਡਾ ਇਤਿਹਾਸ ਜਿਹੜਾ ਸਰਕਾਰਾਂ ਉਸ ਨੂੰ ਟੂਰਿਜ਼ਮ ਦੀ ਡਿਵੈਲਪਮੈਂਟ ਕਰਕੇ ਕਿਉਂ ਨਹੀਂ ਅੱਗੇ ਲੈ ਕੇ ਜਾ ਸਕਦੀਆਂ? ਹਾਲ ਫਿਲਹਾਲ ਦੇ ਵਿੱਚ ਮੈਨੂੰ ਯੂਪੀ ਦੇ ਵਿੱਚ ਜਿਹੜਾ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ, ਉੱਥੇ ਦੇ ਮਹਿਲਾਂ ਨੂੰ ਵਿਜ਼ਿਟ ਕਰਨ ਦਾ, ਉੱਥੇ ਆਪਣੀ ਜਿਹੜੀ ਸੇਵਾ ਦੇਣ ਦਾ। ਮੈਂ ਉੱਥੇ ਵੀ ਦੇਖਿਆ ਉਹ ਸਰਕਾਰਾਂ ਆਪਣੀਆਂ, ਵੇਖੋ ਗੱਲ ਸਟੇਟ ਗਵਰਨਮੈਂਟ ਦੀ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਇਤਿਹਾਸ ਨੂੰ ਸੰਭਾਲਣ। ਪੰਜਾਬ 5 ਦਰਿਆਵਾਂ ਦੀ ਧਰਤੀ ਹੈ। 5 ਦਰਿਆਵਾਂ ਤੋਂ ਬਾਅਦ ਜੇਕਰ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਅਤੇ ਉਹ ਸਾਡੇ ਮਹਿਲਾਂ ਤੋਂ ਵੀ ਬਾਅਦ ਛੱਡੋ, ਸਾਡੇ ਕਿਲ੍ਹਿਆਂ ਦਾ ਨਾਮ ਆਉਂਦਾ ਹੈ। ਪਟਿਆਲੇ ਦੇ ਵਿੱਚ ਕਿਲ੍ਹਾ ਹੈ, ਬਠਿੰਡੇ ਦੇ ਵਿੱਚ ਕਿਲ੍ਹਾ ਹੈ, ਨਾਭੇ ਦੇ ਵਿੱਚ ਕਿਲ੍ਹਾ ਹੈ, ਫਰੀਦਕੋਟ ਦਾ ਰਾਜ ਮਹਿਲ ਹੈ। ਇਹ ਐਡੇ ਸਾਰੇ ਰਾਜ ਮਹਿਲ ਅਤੇ ਐਡੇ ਸਾਰੇ ਕਿਲ੍ਹੇ ਨੇ, ਐਡੀ ਸਾਡੇ ਕੋਲ ਹੁਣ ਤੁਸੀਂ ਪਟਿਆਲੇ ਦੇ ਵਿੱਚ ਦੇਖੋ, ਨਾਦਰ ਸ਼ਾਹ ਦੀ ਕਿਰਪਾਨ ਪਈ ਸੀ, ਐਡੀਆਂ ਸੋਨੇ ਦੀ ਮੀਨਾਕਾਰੀ ਵਾਲੀ ਪੇਂਟਿੰਗਸ ਨੇ, ਸਾਡੇ ਕੋਲ ਐਡਾ ਕੁਝ ਪਿਆ ਹੈ। ਲੇਕਿਨ ਅੱਜ ਕੀ ਕਾਰਨ ਹੈ ਜਿਹੜਾ ਸੰਗਤ ਨੂੰ ਵੀ ਵਿਚਾਰਨਾ ਚਾਹੀਦਾ ਕਿ ਇੱਕ ਮੋਟੇ ਤਾਲੇ ਲਾ ਕੇ ਆਪਣੇ ਅੰਦਰ ਰੱਖਿਆ ਹੋਇਆ ਹੈ। ਤੁਸੀਂ ਮੈਂ ਇੱਕ ਬਹੁਤੀ ਗੱਲ ਨਹੀਂ ਕਹਾਂਗਾ, ਜੇਕਰ ਤੁਸੀਂ ਅੱਜ ਮਹਿਲ ਨੂੰ ਡਿਵੈਲਪਮੈਂਟ ਕਰਦੇ ਨੇ ਉੱਥੇ 10 ਰੁਪਏ ਵੀ ਟਿਕਟ ਲਾ ਦਿਓ, ਸਰਕਾਰ ਨੂੰ ਕਿੰਨੀ ਆਮਦਨ ਹੋ ਸਕਦੀ ਹੈ ਕੋਈ ਸੋਚ ਨਹੀਂ ਸਕਦਾ। ਅੱਜ ਤੁਸੀਂ ਤਾਜ ਮਹਿਲ ਜਾਂਦੇ ਹੋ,
ਕੀ ਖਾਸ ਹੈ ਜੀ ਤਾਜ ਮਹਿਲ 'ਚ? ਸੰਗਮਰਮਰ ਲੱਗਿਆ, ਠੀਕ ਹੈ, ਉਹਦੇ ਯਾਦ ਦੇ ਵਿੱਚ ਬਣਾਇਆ, ਉਹ ਤਾਂ ਹੀ ਹੈ ਨਾ ਜੇ ਉਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ। ਜੇ ਤਾਜ ਮਹਿਲ ਦੇ ਕਾਰਨ 2 ਕਿਲੋਮੀਟਰ ਦੇ ਏਰੀਏ ਦੇ ਅਧੀਨ ਉੱਥੇ ਕੋਈ ਵੀ ਪੋਲਿਊਸ਼ਨ ਵਾਲਾ ਵਹੀਕਲ ਨਹੀਂ ਆ ਸਕਦਾ, ਤੇ ਅੱਜ ਅਸੀਂ ਕੀ ਕਰ ਰਹੇ ਹਾਂ, ਆਪਣੇ ਮਹਿਲਾਂ ਨੂੰ ਪ੍ਰੀਜ਼ਰਵ ਨਹੀਂ ਕਰ ਸਕਦੇ। ਉੱਥੇ ਵਹੀਕਲਸ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਕਿ ਉਹ ਆ ਨਹੀਂ ਸਕਦੇ, ਤੇ ਅੱਜ ਅਸੀਂ ਪ੍ਰੀਜ਼ਰਵ ਨਹੀਂ ਕਰ ਪਾ ਰਹੇ। ਕਿਉਂ? ਇਹਦੇ ਵਿੱਚ ਮੈਂ ਤਾਂ ਕਹਾਂਗਾ ਸੰਗਤ ਨੂੰ ਇਕੱਠੇ ਹੋ ਕੇ ਆਪਣੇ ਇਤਿਹਾਸ ਦੇ ਲਈ ਆਵਾਜ਼ ਚੁੱਕਣੀ ਬਹੁਤ ਬਣਦੀ ਹੈ ਕਿ ਅੱਜ ਜੇਕਰ ਵਿਦੇਸ਼ੀ ਧਰਤੀਆਂ ਆਪਣੇ ਇਤਿਹਾਸ ਦੇ ਉੱਪਰ ਲੱਖਾਂ ਕਰੋੜਾਂ ਦਾ ਟਰਨਓਵਰ ਲੈ ਰਹੀਆਂ ਨੇ, ਡਿਵੈਲਪਮੈਂਟ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਧਰਤੀ ਵਸਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਆਲੇ ਦੁਆਲੇ ਉਹਨਾਂ ਨੇ ਜਿਹੜਾ ਉਹ ਬਹੁਤ ਸਾਰੇ ਜਿਹੜੇ ਵਪਾਰੀ ਨੇ, 52 ਵਪਾਰੀਆਂ ਦਾ ਜ਼ਿਕਰ ਆਉਂਦਾ ਜੀ, ਉਹ ਵਸਾਏ। ਕਿਉਂ? ਕਿਉਂਕਿ ਡਿਵੈਲਪਮੈਂਟ ਸੀ। ਅੱਜ ਵੀ ਅੰਮ੍ਰਿਤਸਰ ਜਿਹੜਾ ਤੁਸੀਂ ਦੇਖੋ ਪੰਜਾਬ ਦਾ ਸਭ ਤੋਂ ਡਿਵੈਲਪਡ ਏਰੀਆ ਹੈ, ਉੱਥੇ ਜਿਹੜਾ ਵਪਾਰੀ ਜਿਹੜਾ ਉੱਥੇ ਪਾਪੂਲੇਸ਼ਨ ਹੈ, ਜਿਹੜੇ ਵੀ ਲੋਕ ਆਉਂਦੇ ਨੇ ਬੜਾ ਹੈਰਾਨ ਹੁੰਦੇ ਨੇ ਦੇਖ ਕੇ। ਲੇਕਿਨ ਉਸ ਤੋਂ ਇਲਾਵਾ ਜੇਕਰ ਪਟਿਆਲੇ ਦੀ ਗੱਲ ਕੀਤੀ ਜਾਵੇ, ਬਾਬਾ ਆਲਾ ਸਿੰਘ ਨੇ ਵੀ ਸਰਹੰਦ ਤੋਂ ਦੂਰ ਦੁਰਾਡੇ ਤੋਂ ਵਪਾਰੀ ਵਸਾਏ, ਲੇਕਿਨ ਉਹ ਵਪਾਰੀ ਰਹਿ ਗਏ, ਲੇਕਿਨ ਬਾਬਾ ਆਲਾ ਸਿੰਘ ਦਾ ਇਤਿਹਾਸ ਹੀ ਨਹੀਂ ਰਿਹਾ। ਉਹ ਇਤਿਹਾਸ ਰਹਿਣਾ ਚਾਹੀਦਾ ਹੈ, ਉਹ ਇਤਿਹਾਸ ਦੀ ਜਿਹੜੀ ਪੜਚੋਲ ਕਰਨੀ ਚਾਹੀਦੀ ਹੈ, ਉਸ ਇਤਿਹਾਸ ਨੂੰ ਖੋਜਣਾ ਚਾਹੀਦਾ। ਤੁਸੀਂ ਵੇਖੋ ਮਹਾਰਾਜਾ ਹੋਰੀ ਕਿੰਨੇ ਧਾਰਮਿਕ ਹੋਣਗੇ ਕਿ ਆਪਣੇ ਸਿਰ ਦਾ ਤਾਜ ਸਮਝ ਕੇ ਜਿਹੜਾ ਉਹ ਗੁਰੂ ਸਾਹਿਬ ਦੀ ਨਿਸ਼ਾਨੀਆਂ ਨੂੰ ਆਪਣੇ ਸਿਰ ਦੇ ਉੱਪਰ ਰੱਖਿਆ। ਤੇ ਅੱਜ ਜਿਹੜਾ ਹੀਰਾ ਮਹਿਲ ਕਿਸ ਹਾਲਤ ਦੇ ਵਿੱਚ ਹੈ, ਬੜੀ ਰੋਣਾ ਆਉਂਦਾ ਹੈ ਸੋਚ ਕੇ। ਮੇਰਾ ਇਹ ਸਵਾਲ ਹੈ, ਹੁਣ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਜਿਹੜਾ ਹਿਸਟਰੀ ਦੀਆਂ ਜਿਹੜੀਆਂ ਕਿਤਾਬਾਂ ਛਾਪ ਰਹੇ ਹੋ, ਜੇਕਰ ਕਿਸੇ ਨੇ ਕਿਤਾਬ ਦੀ ਜਾਣਕਾਰੀ ਲੈਣੀ ਹੋਵੇ, ਪੜ੍ਹਨਾ ਹੋਵੇ, ਤਾਂ ਕਿਵੇਂ ਸੰਪਰਕ ਕਰ ਸਕਦਾ? ਨੈੱਟ ਦੀ ਗੱਲ ਕੀਤੀ ਜਾਵੇ ਜਾਂ ਬਾਏ ਹੈਂਡ ਦੀ ਗੱਲ ਕੀਤੀ ਜਾਵੇ, ਕਿਤਾਬ ਦੀ ਗੱਲ ਕਿਵੇਂ ਪਹੁੰਚਾ ਸਕਦੇ ਹੋ ਉਹਨਾਂ ਨੂੰ? ਜੀ ਤੁਸੀਂ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਸਾਡੀ ਟੀਮ ਦਾ ਨੰਬਰ ਹੈ 8847385784। ਮੈਂ ਦੁਬਾਰਾ ਬੋਲ ਦੇਵਾਂ, 8847385784। ਤੁਸੀਂ ਇਸ ਨੰਬਰ 'ਤੇ WhatsApp ਮੈਸੇਜ ਕਰੋ, ਤੁਹਾਨੂੰ ਜਿਹੜੀ ਵੀ ਕਿਤਾਬ ਚਾਹੀਦੀ ਹੈ ਉਹ ਮਿਲ ਜਾਏਗੀ। ਦੂਜੀ ਗੱਲ ਇਤਿਹਾਸ ਦੀ ਮੁੜ ਮੈਂ ਕਰਾਂ ਕਿ ਇਤਿਹਾਸ ਦੇ ਉੱਪਰ ਬੜੀ ਸਾਰੀ ਮੈਨੂੰ ਮੌਕਾ ਮਿਲਿਆ ਲਿਖਣ ਦਾ, ਲੇਕਿਨ ਪੰਜਾਬ ਦੇ ਇਤਿਹਾਸ 'ਤੇ ਜਦੋਂ ਗੱਲ ਆਉਂਦੀ ਹੈ ਸਿਰ ਚਕਰਾ ਜਾਂਦਾ ਹੈ ਕਿ ਉਰੇ ਇੰਨੀ ਪੁਰਾਣੀ ਧਰਤੀ ਹੈ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਵੀ ਪੁਰਾਣੀ ਜਿਹੜੀਆਂ ਉਰੇ ਸਟੋਨ ਏਜ ਜਾਂ ਉਸ ਕਾਲ ਦੀਆਂ, ਉਰੇ ਬੜਾ ਸਮਾਨ ਹੈ, ਲੇਕਿਨ ਉਸ ਸਮਾਨ ਨੂੰ ਪ੍ਰੀਜ਼ਰਵ ਕਰਨ ਦੇ ਲਈ ਸਾਡੇ ਕੋਲ ਪੰਜਾਬ ਵਿੱਚ ਇੱਕ ਵੀ ਮਿਊਜ਼ੀਅਮ ਨਹੀਂ ਹੈ। ਮੈਂ ਤਾਂ ਸਰਕਾਰ ਨੂੰ ਇਹ ਕਹਿਣਾ ਕਿ ਤੁਸੀਂ ਮਿਊਜ਼ੀਅਮ ਬਣਾਓ, ਸਾਡੇ ਕੋਲ ਜਿਹੜਾ ਸਮਾਨ ਅਸੀਂ ਦੇਣ ਨੂੰ ਤਿਆਰ ਹਾਂ, ਬਣਾਓ। ਅਸੀਂ ਵੀ ਵਿਸ਼ੇਸ਼ ਕਵਰੇਜ ਕਰੀ ਸੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਸ ਵੀ ਮਿਊਜ਼ੀਅਮ ਦੀ ਜਿਹੜੀ ਹੈ ਅਸੀਂ ਭਾਲ ਕਰ ਰਹੇ ਹਾਂ, ਸ਼ਾਇਦ ਸਰਕਾਰਾਂ ਹੈਲਪ ਕਰਨ ਤਾਂ ਮਿਊਜ਼ੀਅਮ ਜਿਹੜਾ ਬਣ ਸਕਦਾ ਹੈ, ਕਿਉਂਕਿ ਇਤਿਹਾਸ ਬਹੁਤ ਲੰਬਾ ਹੈ, ਸਮਾਨ ਵੀ ਬਹੁਤ ਪਿਆ ਜਿਹੜਾ ਇਤਿਹਾਸਿਕ ਚੀਜ਼ਾਂ ਦੀ ਗੱਲ ਕੀਤੀ ਜਾਵੇ, ਪਰ ਮਿਊਜ਼ੀਅਮ ਨਹੀਂ ਹੈ। ਬਾਕੀ ਦੁਬਾਰਾ ਫਿਰ ਕੀ ਰਿਪੀਟ ਕਰਨਾ ਚਾਹੁੰਦਾ ਜੀ, ਉਹੀ ਗੱਲ ਕਿ ਵੀ ਇਤਿਹਾਸ ਦੀ ਜਿਹੜੀ ਹੈ ਸਾਨੂੰ ਸਮਝ ਨਹੀਂ ਹੈ, ਅਤੇ ਜਿਸ ਕੌਮ ਦਾ ਜੜ ਜਿਹੜਾ ਦਰਖਤ ਹੁੰਦਾ ਹੈ ਉਹਦੀ ਜੜ ਜਿਹੜੀ ਹੈ ਜਿੰਨੀ ਕਮਜ਼ੋਰ ਹੁੰਦੀ ਜਾਂਦੀ ਹੈ, ਉਹ ਜਲਦੀ ਹੜ੍ਹਾਂ 'ਤੇ ਜਿਹੜੇ ਉਹ ਝੜ ਜਾਂਦੇ ਨੇ। ਜੇਕਰ ਅੱਜ ਪੰਜਾਬ ਜਿਉਂਦਾ ਹੈ ਨਾ, ਅਤੇ ਉਹ ਆਪਣੇ ਇਤਿਹਾਸ ਕਰਕੇ ਜਿਉਂਦਾ। ਬੜੇ ਸਾਰੇ ਉਰੇ ਸਾਨੂੰ ਇਹ ਆਇਆ ਕਿ ਵੀ ਉਰੇ ਕਾਲ ਪੈ ਗਿਆ, ਇਹ ਹੋ ਗਿਆ, ਉਹ ਹੋ ਗਿਆ, ਬਹੁਤ ਸਾਰੀ ਘਟਨਾਵਾਂ ਹੋਈਆਂ, ਲੇਕਿਨ ਅੱਜ ਫਿਰ ਪੰਜਾਬ ਉਸਦੇ ਦਾ ਉੱਦੇ ਖੜ੍ਹਾ। ਕਿਉਂ? ਕਿਉਂਕਿ ਇਹਦਾ ਇਤਿਹਾਸ ਬੜਾ ਸ਼ਾਨ ਹੈ, ਇਹਦੀ ਜੜ੍ਹਾਂ ਬੜੀਆਂ ਮਜ਼ਬੂਤ ਨੇ। ਲੇਕਿਨ ਅੱਜ ਇਹ ਜੜ੍ਹਾਂ ਮਜ਼ਬੂਤ ਨੇ, ਅਤੇ ਘੱਟੋ ਘੱਟ ਸਾਡੀ ਸਰਕਾਰਾਂ ਦਾ ਕੰਮ ਹੈ ਜੀ, ਉਹ ਜੜ੍ਹਾਂ ਦੇ ਲਈ ਕੁਝ ਕਰ ਨਹੀਂ ਸਕਦੇ, ਘੱਟੋ ਘੱਟ ਪਾਣੀ ਦੇ ਕੇ ਉਹਨਾਂ ਨੂੰ ਸੁਰਜੀਤ 'ਤੇ ਰੱਖਣ, ਇਤਿਹਾਸ ਨੂੰ ਸੁਰਜੀਤ 'ਤੇ ਰੱਖਣ। ਮੇਰੀ ਇਹੀ ਬੇਨਤੀ ਹੈ ਕਿ ਆਓ ਸਾਰੇ ਰਲ ਮਿਲ ਕੇ, ਜੇ ਸਰਕਾਰਾਂ ਨਹੀਂ ਕੁਝ ਕਰਦੀਆਂ, ਸਾਡੀ ਆਪਣੀ ਸੰਗਤ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਇਤਿਹਾਸ ਨੂੰ ਬਚਾਈਏ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਾਭਾ ਦੇ ਵਿੱਚ ਵੀ ਇੱਕ ਹੈਰੀਟੇਜ ਫੈਸਟੀਵਲ ਜਲਦੀ ਉਰੇ ਸ਼ਾਹੀ ਪਰਿਵਾਰ ਦੇ ਨਾਲ ਮਿਲ ਕੇ, ਅਤੇ ਜੇ ਸਰਕਾਰ ਸਮਰਥਨ ਦਿੰਦੀ ਹੈ ਉਸ ਵਰਗੀ ਕੋਈ ਰੀਸ ਨਹੀਂ, ਉਰੇ ਵੀ ਕਰੀਏ ਹੈਰੀਟੇਜ ਫੈਸਟੀਵਲ। ਹਰੇਕ ਥਾਂ 'ਤੇ ਹੋਣਾ ਚਾਹੀਦਾ, ਆਪਣੇ ਵਿਰਾਸਤੀ ਚੀਜ਼ਾਂ ਨੂੰ ਬਚਾਈਏ ਜੀ। ਬਿਲਕੁਲ, ਜਿਸ ਤਰ੍ਹਾਂ ਸਿਮਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੀ ਗੱਲ ਕੀਤੀ ਜਾਵੇ, ਨਾਭਾ ਦੀ ਗੱਲ ਕੀਤੀ ਤਾਂ ਵਿਰਾਸਤੀ ਜਿਹੜਾ ਕਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਜਿਹੜਾ ਸੰਭਾਲਣ ਦੀ ਜ਼ਰੂਰਤ ਹੈ। ਅਤੇ ਨਾਲ ਇਹ ਗੱਲ ਕੀਤੀ ਹੈ ਵੀ ਨਾਭਾ ਦੇ ਜਿਹੜੇ ਵਿਰਾਸਤੀ ਪਰਿਵਾਰ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਵਿਰਾਸਤੀ ਜਿਹੜਾ ਹੈ ਹੈਰੀਟੇਜ ਫੈਸਟੀਵਲ ਵੀ ਕਰਾਇਆ ਜਾਵੇਗਾ, ਤਾਂ ਜੋ ਜਿਹੜਾ ਲੋਕਾਂ ਨੂੰ ਇਸ ਬਾਰੇ ਜਿਹੜੀ ਜਾਣਕਾਰੀ ਹਾਸਲ ਹੋ ਸਕੇ। ਤੁਸੀਂ ਕਿਤਾਬ ਜਿਹੜੀ ਹੈ ਮੁੜ ਦੁਬਾਰਾ ਦੇ ਸਕਦੇ ਹੋ, ਸਿੱਖ ਵੂਮੈਨਸ, ਜਿਨ੍ਹਾਂ ਦੇ ਵਿੱਚ ਔਰਤਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ, ਅਤੇ ਅੱਜ ਜਿਹੜੀ ਕਿਤਾਬ ਹੈ ਉਹ ਰਿਲੀਜ਼ ਕੀਤੀ ਗਈ ਹੈ। ਸੋ ਇਹ ਸੀ ਅੱਜ ਸਾਡੀ ਖਾਸ ਰਿਪੋਰਟ। ਮੈਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਨੂੰ ਦਿਓ ਇਜਾਜ਼ਤ। ਧੰਨਵਾਦ।